ਸੋ ਜਦੋਂ ਆਪਾਂ ਇਹਨਾਂ ਕੋਲ ਮੰਗ ਪੱਤਰ ਲੈ ਕੇ ਆਏ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੇ ਫਲੱਡ ਡਿਊਟੀਜ਼ ਦੇ ਵਿੱਚ ਕੰਮ ਕੀਤਾ ਹੈ, ਉਹਨਾਂ ਦੇ ਇੰਡੀਕੇਟਰ ਪੂਰੇ ਨਹੀਂ ਹੋ ਪਾਏ ਤੇ ਉਹਨਾਂ ਨੂੰ ਇਨਸੈਂਟਿਵ ਜਿਹੜਾ ਫੁੱਲ ਦਿੱਤਾ ਜਾਏ, ਤੇ ਸਾਨੂੰ ਉਹਦੇ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਨੂੰ ਉਹ ਵੀ ਕੰਮ ਕਰਨਾ ਪੈਣਾ, ਤੁਹਾਨੂੰ ਇੰਡੀਕੇਟਰ ਵੀ ਤੁਹਾਡੇ ਪੂਰੀ ਕਰਨੀ ਜਿਹੜੀ ਉਹ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ। ਤੁਸੀਂ ਇਹ ਚੀਜ਼ ਦੱਸੋ ਸਰ ਕਿ ਇਹ ਕਿੱਦਾਂ ਪੋਸੀਬਲ ਹੈ ਕਿ ਜੇ ਆਪਾਂ ਸੈਂਟਰ ਤੇ ਪਹੁੰਚਾਂਗੇ ਨਹੀਂ ਤੇ ਆਪਾਂ ਸੈਂਟਰ ਦਾ ਕੰਮ ਕਰਾਂਗੇ ਕਿੱਦਾਂ? ਐਚਓ ਜਿਹੜੇ ਆ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਤੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਉਹ ਇਹ ਵੈਕਸੀਨੇਸ਼ਨ ਦਾ ਕੰਮ ਵੀ ਕਰ ਸਕਣ, ਕਿਉਂਕਿ ਜਦੋਂ ਇਮਿਊਨਾਈਜੇਸ਼ਨ ਹੁੰਦੀ ਆ ਉਸ ਸਮੇਂ CHO ਜਿਹੜਾ ਆ ਉਹ ਐਂਟੀਨੇਟਲ ਚੈੱਕਅਪ ਕਰਦਾ ਆ, ਹਾਈ ਰਿਸਕ ਪ੍ਰੈਗਨੈਂਸੀਆਂ ਦੇਖਦਾ ਆ, ਉਹਨੂੰ ਰੈਫਰ ਕਰਨਾ ਹੁੰਦਾ ਆ, ਜਿਹੜੇ ਬੱਚੇ ਨੂੰ ਬੁਖਾਰ ਆ ਉਹਨੂੰ ਟੀਕਾ ਲੱਗਣਾ ਕਿ ਨਹੀਂ ਲੱਗਣਾ ਉਹ ਵੀ ਉਹਨੂੰ ਵੇਖਣਾ ਪੈਂਦਾ ਆ। ਕਿਉਂਕਿ ਕੰਟਰੈਕਟ ਦੇ ਜੌਬ ਹੋਣ ਕਰਕੇ ਉਹਨਾਂ ਦਾ ਕੰਟਰੈਕਟ ਰੀਨਿਊ ਕਰਨ ਦੀਆਂ ਨਾ ਕਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਸਿੱਧੀ ਜੀ ਇਹ ਕਨਸਟੀਟਿਊਸ਼ਨਲ ਰਾਈਟਸ ਦੀ ਉਲੰਘਣਾ ਆ, ਫੰਡਾਮੈਂਟਲ ਰਾਈਟ ਦੀ ਉਲੰਘਣਾ ਆ। ਇਹ ਦੇਸ਼ ਤੇ ਆਜ਼ਾਦ ਆ ਪਰ ਇੱਥੇ ਲੋਕ ਸਾਰੇ ਗੁਲਾਮ ਹੀ ਆ। ਸਾਰੇ ਐਸਮਾ ਲਾਗੂ ਕਰਦੇ ਸਰਕਾਰ ਜਾਂ ਕੁਝ ਹੋਰ ਕਰਦੇ, ਜਿੱਦਾਂ ਪਹਿਲਾਂ ਅੰਗਰੇਜ਼ ਇੱਥੇ ਕਾਬਿਜ਼ ਸੀਗੇ ਉਹ ਵੀ ਕਾਨੂੰਨ ਲਾਗੂ ਕਰਦੇ ਹੀ ਸੀਗੇ। ਸਰਕਾਰਾਂ ਦਾ ਤੇ ਕੰਮ ਹੀ ਆ ਲੋਕਾਂ ਨੂੰ ਦਬਾਉਣਾ, ਭਾਵੇਂ ਸਾਡੀਆਂ ਵੋਟਾਂ ਲੈ ਕੇ ਜਿੱਤਦੇ ਆ ਪਰ ਬਾਅਦ 'ਚ ਇਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਦੇ ਰੱਬ ਬਣ ਗਏ ਆ। ਐਸਮਾ ਕਰਨ ਜੋ ਮਰਜ਼ੀ ਕਰਨ ਪਰ ਭੁੱਖ ਜਿਹੜੀ ਆ ਪੇਟ ਦੀ ਆ, ਜਿਹਦੇ ਕਰਕੇ ਲੋਕ ਕੰਮ ਕਰਦੇ ਆ ਤੇ ਲੋਕ ਇੰਨੇ ਵੀ ਜਲੀਲ ਨਹੀਂ ਹੈਗੇ ਕਿ ਉਹ ਪੇਟ ਦੇ ਬਦਲੇ ਬਿਲਕੁਲ ਹੀ ਗਟਰ 'ਚ ਡਿੱਗ ਪੈਣ। दिन रात उन्होंने फ्लड च कैंप लगाए ने, मैडिसिनस प्रोवाइड कीतियां ने, इन्ने हड़ां दे बावजूद भी साडे CHO घबराए नहीं तो उन्होंने अपने काम दे नाल कैंप्स लगाए ने ते सारे अपने टीचे पूरे कर रहे ने। पर जिहड़ा साडा दूसरिਆਂ ਦਾ ਕੰਮ ਸਾਡੇ ਤੇ ਕਿਉਂ ਥੋਪ ਦਿੱਤਾ ਜਾਂਦਾ ਹੈ, ਇਹ ਸਾਨੂੰ ਜਵਾਬ ਦਿੱਤਾ ਜਾਵੇ ਕਿ ਜਿਹੜਾ ANM ਦੀ IDs ਜਦੋਂ ANMs ਦੀ ਨੇ UVIN ID ਤੇ ਉਹਦੇ ਵਿੱਚ ਅਸੀਂ ਆਪਣਾ ਕੰਮ ਕਿਸ ਤਰ੍ਹਾਂ ਕਰ ਸਕਦੇ ਹਾਂ। ਵਾਧੂ ਕੰਮ ਨਾ ਕਰਨ ਦੇ ਉੱਤੇ ਮਿਲ ਰਹੀਆਂ ਨੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ। ਦੇਸ਼ ਭਾਵੇਂ ਆਜ਼ਾਦ ਹੈ ਪਰ ਲੋਕ ਅਜੇ ਵੀ ਗੁਲਾਮ ਨੇ, ਇਹ ਕਹਿਣਾ ਹੈ ਸਿਹਤ ਮੁਲਾਜ਼ਮਾਂ ਦਾ। ਦੱਸਦੀ ਕਿ ਗੁਰਦਾਸਪੁਰ 'ਚ ਕਮਿਊਨਿਟੀ ਹੈਲਥ ਅਫਸਰਾਂ ਨੇ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕੀਤਾ, ਜਦੋਂ ਸਿਵਲ ਸਰਜਨ ਨੇ ਟ੍ਰੇਨਿੰਗ ਤੇ ਨਾ ਜਾਣ ਵਾਲੇ ਸਿਹਤ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਇਸ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਤੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ। ਮੇਰਾ ਨਾਮ ਜੀ ਡਾਕਟਰ ਸੁਨੀਲ ਤਰਗੋਤਰਾ ਹੈ। ਆਪਾਂ ਕਮਿਊਨਿਟੀ ਹੈਲਥ ਆਫਿਸਰ ਤੋਂ ਬਿਲੋਂਗ ਕਰਦੇ ਹਾਂ, ਜਿਹੜਾ ਪੂਰੇ ਪੰਜਾਬ ਦੇ ਵਿੱਚ 2600 ਬੰਦਾ ਹੈ ਜਿਹੜਾ ਪਿੰਡਾਂ ਦੇ ਵਿੱਚ ਸੇਵਾਵਾਂ ਦਿੰਦਾ, ਜਿਹੜੇ ਹਰ CHO ਦੇ ਕਮਿਊਨਿਟੀ ਹੈਲਥ ਆਫਿਸਰ ਦੇ ਅੰਡਰ ਜਿਹੜੇ ਹੈ 5 ਤੋਂ 6 ਪਿੰਡ ਹੈ, ਘੱਟ ਤੋਂ ਘੱਟ 5000 ਤੋਂ ਲੈ ਕੇ 15000 ਦੀ ਪੋਪੂਲੇਸ਼ਨ ਆਪਾਂ ਕਵਰ ਕਰਦੇ ਹਾਂ। ਉਹਦੇ ਵਿੱਚ ਸਾਡੇ 15 ਇੰਡੀਕੇਟਰ ਹੈ ਜਿਹੜੇ ਪਰ ਇੰਡੀਕੇਟਰ ਦੇ ਹਿਸਾਬ ਨਾਲ ਸਾਨੂੰ ਇਨਸੈਂਟਿਵ ਮਿਲਦਾ ਪਲੱਸ ਸਾਨੂੰ ਸੈਲਰੀ ਮਿਲਦੀ ਹੈ। ਉਹ ਜਿਹੜੇ 15 ਇੰਡੀਕੇਟਰ ਇੰਨੇ ਡਿਫਿਕਲਟ ਹੈ ਕਿ ਜੇ ਆਪਾਂ ਪੂਰਾ ਮਹੀਨਾ ਆਪਣੇ ਸੈਂਟਰ ਤੇ ਪਹੁੰਚੀਏ ਤੇ ਫਿਰ ਉਹ ਜਾ ਕੇ ਪੂਰੇ ਹੁੰਦੇ ਹੈ। ਲੇਕਿਨ ਵਿਭਾਗ ਵੱਲੋਂ ਕੀ ਕੀਤਾ ਜਾਂਦਾ ਹੈ ਕਿ ਕੋਈ ਵੀ ਕੈਡਰ, ਚਾਹੇ ਉਹ ANM ਕੈਡਰ ਹੋਵੇ ਜਾਂ ਹੈਲਥ ਵਰਕਰ ਕੈਡਰ ਹੋਵੇ ਜਾਂ ਆਸ਼ਾ ਵਰਕਰ ਕੈਡਰ ਹੋਵੇ, ਕੋਈ ਵੀ ਕੈਡਰ ਜਿਹੜਾ ਉਹਨਾਂ ਦਾ ਬਣਦਾ ਕੰਮ ਹੈ ਜਦੋਂ ਉਹ ਮਨਾ ਕਰ ਦਿੰਦਾ ਤੇ ਉਹ ਕੰਮ ਥੋਪ ਦਿੰਦਾ ਜਾਂਦਾ CHO ਦੇ ਉੱਤੇ, ਜਿਹੜਾ ਕੰਮ ਕੀ ਉਹ ਸਾਡੇ ਵਾਸਤੇ ਮੁਸ਼ਕਿਲ ਹੋ ਜਾਂਦਾ, ਕਿਉਂਕਿ ਜੇ ਆਪਾਂ ਉਹ ਕੰਮ ਕਰਦੇ ਆ ਤੇ ਉਹਦੇ ਨਾਲ ਸਾਡੇ ਇੰਡੀਕੇਟਰ ਜਿਹੜੇ ਆ ਸਫਰ ਕਰਦੇ ਆ, ਸਾਡੇ ਪੈਸੇ ਦਾ ਨੁਕਸਾਨ ਹੁੰਦਾ। ਤੇ ਜਦੋਂ ਆਪਾਂ ਇਹਨਾਂ ਨੂੰ ਇਹ ਗੱਲ ਕਹਿੰਦੇ ਆ, ਜਿੱਦਾਂ ਆ ਪਿੱਛੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਫਲੱਡ ਆਇਆ ਸੀਗਾ, ਸਾਡੇ ਬਹੁਤ ਸਾਰੇ CHO ਨੇ ਫਲੱਡ ਦੇ ਵਿੱਚ ਡਿਊਟੀਆਂ ਕੀਤੀਆਂ ਜਿਹਦੇ ਕਰਕੇ ਉਹਨਾਂ ਦੇ ਇੰਡੀਕੇਟਰ ਪੂਰੇ ਨਹੀਂ ਹੋ ਪਾਏ। ਸੋ ਜਦੋਂ ਆਪਾਂ ਇਹਨਾਂ ਕੋਲ ਮੰਗ ਪੱਤਰ ਲੈ ਕੇ ਆਏ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੇ ਫਲੱਡ ਡਿਊਟੀਜ਼ ਦੇ ਵਿੱਚ ਕੰਮ ਕੀਤਾ ਹੈ, ਉਹਨਾਂ ਦੇ ਇੰਡੀਕੇਟਰ ਪੂਰੇ ਨਹੀਂ ਹੋ ਪਾਏ ਤੇ ਉਹਨਾਂ ਨੂੰ ਇਨਸੈਂਟਿਵ ਜਿਹੜਾ ਫੁੱਲ ਦਿੱਤਾ ਜਾਏ, ਤੇ ਸਾਨੂੰ ਉਹਦੇ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਨੂੰ ਉਹ ਵੀ ਕੰਮ ਕਰਨਾ ਪੈਣਾ, ਤੁਹਾਨੂੰ ਇੰਡੀਕੇਟਰ ਵੀ ਤੁਹਾਡੇ ਪੂਰੀ ਕਰਨੀ ਜਿਹੜੀ ਉਹ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ। ਤੁਸੀਂ ਇਹ ਚੀਜ਼ ਦੱਸੋ ਸਰ ਕਿ ਇਹ ਕਿੱਦਾਂ ਪੋਸੀਬਲ ਹੈ ਕਿ ਜੇ ਆਪਾਂ ਸੈਂਟਰ ਤੇ ਪਹੁੰਚਾਂਗੇ ਨਹੀਂ ਤੇ ਆਪਾਂ ਸੈਂਟਰ ਦਾ ਕੰਮ ਕਰਾਂਗੇ ਕਿੱਦਾਂ? ਵਾਧੂ ਜ਼ਿੰਮੇਵਾਰੀ ਕਿਹੜੀ ਥੋਪੀ ਜਾ ਰਹੀ ਹੈ? ਹੁਣ ਐਟ ਪ੍ਰੈਜ਼ੈਂਟ ਦੇਖੋ ਇਮਿਊਨਾਈਜੇਸ਼ਨ ਪ੍ਰੋਗਰਾਮ ਹੈ ਜਿਹੜਾ ਬੱਚਿਆਂ ਨੂੰ ਟੀਕੇ ਲੱਗਦੇ ਹੈ, ਆਲ ਓਵਰ ਪੰਜਾਬ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ। ਹੁਣ ਸਰਕਾਰ ਵੱਲੋਂ ਇਹ ਹਦਾਇਤਾਂ ਆ ਗਈਆਂ, GIO ਵੱਲੋਂ ਇਹ ਹਦਾਇਤਾਂ ਆ ਗਈਆਂ ਕਿ ਉਹ ਕੰਮ ਜਿਹੜਾ ਆਨਲਾਈਨ ਹੋਣਾ ਹੈ, ਲੇਕਿਨ ਉਹ ਆਨਲਾਈਨ ਦੇ ਵਿੱਚ ਸਾਰਾ ਰਿਸਪੌਂਸਿਬਿਲਟੀ ਜਿਹੜੀ ਉਹ ANM ਮੈਡਮ ਦੀ ਹੈ। ਉਹ ਰਿਸਪੌਂਸਿਬਿਲਟੀ ਤੋਂ ਭੱਜਦੇ ਹੋਏ ANM ਮੈਡਮਾਂ ਨੇ ਮੰਗ ਪੱਤਰ ਦੇ ਕੇ ਉਹਨਾਂ ਨੂੰ ਡਿਨਾਈ ਕਰ ਦਿੱਤਾ। ਉਹਦਾ ਸਾਰਾ ਜਿਹੜਾ ਕੰਮ ਚਿੱਠੀ ਕੱਢ ਕੇ CHO ਦੇ ਉੱਤੇ ਥੋਪ ਦਿੱਤਾ ਤੇ ਜਦੋਂ CHO ਨੇ ਡਿਨਾਈ ਕੀਤਾ, ਉਲਟੀਆਂ ਲੈਟਰਾਂ ਕੱਢ ਕੇ ਉਹਨਾਂ ਨੂੰ ਨੌਕਰੀ ਚੋਂ ਕੱਢਣ ਦੀਆਂ ਧਮਕੀਆਂ ਤੇ ਉਹਨਾਂ ਦੀ ਸੈਲਰੀ ਕੱਟਣ ਦੀਆਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ। ਅਸੀਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਾਂ। ਇਸ ਕਰਕੇ ਅੱਜ ਪੂਰਾ ਗੁਰਦਾਸਪੁਰ CHO ਜੋ ਕਿ 200 ਦੇ ਨੀਅਰ ਅਬਾਊਟ ਪੂਰੇ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਕੰਮ ਕਰਦੇ ਹੋ, ਸਾਰੇ ਅੱਜ ਆਪਣਾ ਕੰਮ ਛੱਡ ਕੇ ਇੱਥੇ ਸਿਵਲ ਸਰਜਨ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ, ਲੇਕਿਨ ਸਿਵਲ ਸਰਜਨ ਸਾਹਿਬ ਨੇ ਸਾਡਾ ਮੰਗ ਪੱਤਰ ਲੈਣ ਤੋਂ ਵੀ ਜਿਹੜਾ ਇਨਕਾਰ ਕਰ ਦਿੱਤਾ। ਕੀ ਸੰਘਰਸ਼ ਰਹੇਗਾ ਕੱਲ੍ਹ ਜੇ ਨਹੀਂ? ਜੇ ਅੱਜ ਸਾਡਾ ਮੰਗ ਪੱਤਰ ਲੈ ਕੇ ਸਾਡੀਆਂ ਮੰਗਾਂ ਜਿਹੜੀਆਂ ਵਾਲੀਆਂ ਮੰਨੀਆਂ ਨਹੀਂ ਗਈਆਂ, ਕਿਉਂਕਿ ਸਾਡੀ ਜਾਇਜ਼ ਮੰਗ ਹੈ, ਕੋਈ ਨਜਾਇਜ਼ ਮੰਗ ਨਹੀਂ ਹੈਗੀ। ਜਿਹੜੇ ਸਾਡੇ 15 ਇੰਡੀਕੇਟਰ ਆਪਾਂ ਪੂਰੇ ਇਮਾਨਦਾਰੀ ਤੇ ਓਨੈਸਟੀ ਦੇ ਨਾਲ ਕਰ ਰਹੇ ਹਾਂ। ਜੇ ਸਾਡੀ ਅੱਜ ਮੰਗ ਨਹੀਂ ਮੰਨੀ ਗਈ, ਸਾਡਾ ਮੰਗ ਪੱਤਰ ਨਹੀਂ ਲਿਆ ਗਿਆ ਤੇ ਆਪਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਇਸ ਸੰਘਰਸ਼ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ। ਸਿੰਦਰ ਸਿੰਘ ਹੈ ਜੀ, ਮੈਂ ਬਤੌਰ ਕਮਿਊਨਿਟੀ ਹੈਲਥ ਆਫਿਸਰ ਕੰਮ ਕਰਦਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ। ਅੱਜ ਅਸੀਂ ਇੱਥੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜਾ ਆਨਲਾਈਨ ਕਰਨ ਦਾ ਕੰਮ ਸੀਗਾ UVIN ਦਾ, ਜਿਹੜਾ ਇਮਿਊਨਾਈਜੇਸ਼ਨ ਹੁੰਦੀ ਬੱਚਿਆਂ ਦੀ, ਉਹਨੂੰ ਆਨਲਾਈਨ ਪੋਰਟਲ ਦੇ ਉੱਤੇ ਚਾੜਨਾ ਆ।
ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਸ ਵੈਕਸੀਨੇਟਰ ਦੀ ਹੁੰਦੀ ਆ। ਗਵਰਨਮੈਂਟ ਆਫ ਇੰਡੀਆ ਵੱਲੋਂ ਉਹਦੀ ਵੈਕਸੀਨੇਟਰ ਦੀ ਜ਼ਿੰਮੇਵਾਰੀ ਲਾਈ ਗਈ ਆ, ਕਿਉਂਕਿ ਜਿਹੜੇ ਸਾਡੇ ਵੈਕਸੀਨੇਟਰ ਆ ਉਹਨਾਂ ਨੇ ਡਿਨਾਈ ਕਰ ਦਿੱਤਾ ਸੀਗਾ ਤੇ ਉਹ ਰੈਗੂਲਰ ਸਟਾਫ ਹੋਣ ਕਰਕੇ ਉਹਨਾਂ ਤੇ ਜ਼ੋਰ ਨਹੀਂ ਚੱਲਦਾ ਇਹਨਾਂ ਦਾ। ਤੇ ਸਿਵਲ ਸਰਜਨ ਨੇ ਸਾਡਾ ਜਿਹੜਾ ਆ ਹੁਕਮ ਕੱਢ ਦਿੱਤਾ ਕਿ CHO ਇਹ ਕੰਮ ਕਰਨ, ਪਰ CHO ਜਿਹੜੇ ਆ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਤੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਉਹ ਇਹ ਵੈਕਸੀਨੇਸ਼ਨ ਦਾ ਕੰਮ ਵੀ ਕਰ ਸਕਣ, ਕਿਉਂਕਿ ਜਦੋਂ ਇਮਿਊਨਾਈਜੇਸ਼ਨ ਹੁੰਦੀ ਆ ਉਸ ਸਮੇਂ CHO ਜਿਹੜਾ ਆ ਉਹ ਐਂਟੀਨੇਟਲ ਚੈੱਕਅਪ ਕਰਦਾ ਆ, ਹਾਈ ਰਿਸਕ ਪ੍ਰੈਗਨੈਂਸੀਆਂ ਦੇਖਦਾ ਆ, ਉਹਨੂੰ ਰੈਫਰ ਕਰਨਾ ਹੁੰਦਾ ਆ। ਜਿਹੜੇ ਬੱਚੇ ਨੂੰ ਬੁਖਾਰ ਆ ਉਹਨੂੰ ਟੀਕਾ ਲੱਗਣਾ ਕਿ ਨਹੀਂ ਲੱਗਣਾ ਉਹ ਵੀ ਉਹਨੂੰ ਵੇਖਣਾ ਪੈਂਦਾ ਆ, ਔਰ ਉਹਦੇ ਨਾਲ ਉਹਨੂੰ ਆਪਣੀ ਜਿਹੜੀ ਰੈਗੂਲਰ OPD ਵੀ ਕਰਨੀ ਪੈਂਦੀ ਆ। ਇਹਨਾਂ ਕੁਝ ਕਰਦੇ ਹੋਏ ਉਹ ਇਹ ਐਕਸਟਰਾ ਕੰਮ ਜਿਹੜਾ ਉਹ ਨਹੀਂ ਕਰ ਸਕਦਾ, ਜਿਹਦੇ ਕਰਕੇ ਉਹਨਾਂ ਨੇ ਇਹ ਕੰਮ ਕਰਨ ਤੋਂ ਡਿਨਾਈ ਕੀਤਾ ਸੀਗਾ। ਪਰ ਮਹਿਕਮਾ ਜਿਹੜਾ ਆ ਉਹ ਇਹਨੂੰ ਸਮਝਣ ਲਈ ਤਿਆਰ ਨਹੀਂ ਆ ਤੇ ਸਿਵਲ ਸਰਜਨ ਸਾਹਿਬ ਦੇ ਹੁਕਮਾਂ ਦੇ ਉੱਤੇ SMO ਨੇ ਉਹਨਾਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤੇ ਆ ਕਿ ਕਿਉਂ ਨਾ ਤੁਹਾਨੂੰ ਇਸ ਨੌਕਰੀ ਤੋਂ ਕੱਢ ਦਿੱਤਾ ਜਾਵੇ। ਤੇ ਕਿਉਂਕਿ ਕੰਟਰੈਕਟ ਦੇ ਜੌਬ ਹੋਣ ਕਰਕੇ ਉਹਨਾਂ ਦਾ ਕੰਟਰੈਕਟ ਰੀਨਿਊ ਕਰਨ ਦੀਆਂ ਨਾ ਕਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਸਿੱਧੀ ਜੀ ਇਹ ਕਨਸਟੀਟਿਊਸ਼ਨਲ ਰਾਈਟਸ ਦੀ ਉਲੰਘਣਾ ਆ, ਫੰਡਾਮੈਂਟਲ ਰਾਈਟ ਦੀ ਉਲੰਘਣਾ ਆ। ਇਹ ਦੇਸ਼ ਤੇ ਆਜ਼ਾਦ ਆ ਪਰ ਇੱਥੇ ਲੋਕ ਸਾਰੇ ਗੁਲਾਮ ਹੀ ਆ। ਮੰਗ ਜਿਹੜੀ ਕਿ ਜਾਇਜ਼ ਆ ਕਿ ਅਸੀਂ ਇਹ ਵਾਧੂ ਕੰਮ ਨਹੀਂ ਕਰ ਸਕਦੇ, ਉਹਨੂੰ ਨਾ ਮੰਨਿਆ ਗਿਆ ਤੇ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਨੂੰ ਮਜਬੂਰ ਹੋਵਾਂਗੇ ਤੇ ਅਸੀਂ ਆਪਣੇ ਰਾਈਟਸ ਵਾਸਤੇ ਸੰਘਰਸ਼ ਕਰਾਂਗੇ। ਸਾਰੇ ਐਸਮਾ ਲਾਗੂ ਕਰਦੇ ਸਰਕਾਰ ਜਾਂ ਕੁਝ ਹੋਰ ਕਰਦੇ, ਜਿੱਦਾਂ ਪਹਿਲਾਂ ਅੰਗਰੇਜ਼ ਇੱਥੇ ਕਾਬਿਜ਼ ਸੀਗੇ ਉਹ ਵੀ ਕਾਨੂੰਨ ਲਾਗੂ ਕਰਦੇ ਹੀ ਸੀਗੇ। ਸਰਕਾਰਾਂ ਦਾ ਤੇ ਕੰਮ ਹੀ ਆ ਲੋਕਾਂ ਨੂੰ ਦਬਾਉਣਾ, ਭਾਵੇਂ ਸਾਡੀਆਂ ਵੋਟਾਂ ਲੈ ਕੇ ਜਿੱਤਦੇ ਆ ਪਰ ਬਾਅਦ 'ਚ ਇਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਦੇ ਰੱਬ ਬਣ ਗਏ ਆ ਤੇ ਇਹਨਾਂ ਨੂੰ ਦਬਾ ਲਈਏ। ਐਸਮਾ ਕਰਨ ਜੋ ਮਰਜ਼ੀ ਕਰਨ, ਪਰ ਭੁੱਖ ਜਿਹੜੀ ਆ ਪੇਟ ਦੀ ਆ, ਜਿਹਦੇ ਕਰਕੇ ਲੋਕ ਕੰਮ ਕਰਦੇ ਆ ਤੇ ਲੋਕ ਇੰਨੇ ਵੀ ਜਲੀਲ ਨਹੀਂ ਹੈਗੇ ਕਿ ਉਹ ਪੇਟ ਦੇ ਬਦਲੇ ਬਿਲਕੁਲ ਹੀ ਗਟਰ 'ਚ ਡਿੱਗ ਪੈਣ। ਸਰਕਾਰ ਦਾ ਵਿਰੋਧ ਫਿਰ ਕਰਨਾ ਬਣੇਗਾ, ਭਾਵੇਂ ਉਹ ਸਰਕਾਰ ਐਸਮਾ ਲਾ ਦੇ ਤੇ ਭਾਵੇਂ ਕੁਝ ਹੋਰ ਲਾ ਦੇ। ਸਾਡੇ ਸਾਰੇ CHOs ਬਹੁਤ ਹੀ ਤਨਦੇਹੀ ਨਾਲ ਕੰਮ ਕਰ ਰਹੇ ਆ। ਹੁਣ ਫਲੱਡ ਆਏ ਸੀਗੇ ਤੇ ਸਾਡੇ ਗੁਰਦਾਸਪੁਰ 'ਚ ਕਾਫੀ ਸਾਰੇ ਬਲਾਕਸ ਜਿਹੜੇ CHOs ਸੀਗੇ, ਦਿਨ ਰਾਤ ਉਹਨਾਂ ਨੇ ਫਲੱਡ 'ਚ ਕੈਂਪ ਲਗਾਏ ਨੇ, ਮੈਡੀਸਿਨਸ ਪ੍ਰੋਵਾਈਡ ਕੀਤੀਆਂ ਨੇ। ਇੰਨੇ ਹੜ੍ਹਾਂ ਦੇ ਬਾਵਜੂਦ ਵੀ ਸਾਡੇ CHO ਘਬਰਾਏ ਨਹੀਂ ਤੇ ਉਹਨਾਂ ਨੇ ਆਪਣੇ ਕੰਮ ਦੇ ਨਾਲ ਕੈਂਪਸ ਲਗਾਏ ਨੇ ਤੇ ਸਾਰੇ ਆਪਣੇ ਟੀਚੇ ਪੂਰੇ ਕਰ ਰਹੇ ਨੇ। ਪਰ ਜਿਹੜਾ ਸਾਡਾ ਦੂਸਰਿਆਂ ਦਾ ਕੰਮ ਸਾਡੇ ਤੇ ਕਿਉਂ ਥੋਪ ਦਿੱਤਾ ਜਾਂਦਾ ਹੈ, ਇਹ ਸਾਨੂੰ ਜਵਾਬ ਦਿੱਤਾ ਜਾਵੇ ਕਿ ਜਿਹੜਾ ANM ਦੀ IDs ਜਦੋਂ ANMs ਦੀ ਨੇ UVIN ID ਤੇ ਉਹਦੇ ਵਿੱਚ ਅਸੀਂ ਆਪਣਾ ਕੰਮ ਕਿਸ ਤਰ੍ਹਾਂ ਕਰ ਸਕਦੇ ਹਾਂ। ਠੀਕ ਹੈ, ਸਾਡਾ ਆਲਰੇਡੀ 15 ਟਾਰਗੇਟਸ ਨੇ ਜਿਹੜੇ ਅਚੀਵ ਕਰਨੇ ਬਹੁਤ ਹੀ ਮੁਸ਼ਕਿਲ। ਸਾਡਾ ਸਾਰਾ ਹੀ ਆਨਲਾਈਨ ਕੰਮ ਹੈਗਾ। NCDs ਦਾ ਕਰ ਰਹੇ ਹਾਂ, NCDs ਵਿੱਚ ਹਾਈਪਰਟੈਂਸ਼ਨ, ਡਾਇਬਟੀਜ਼ ਦਾ, ਟੈਲੀ ਕੰਸਲਟੇਸ਼ਨਸ ਜਿਹੜੀਆਂ ਅਸੀਂ ਫੋਨ ਕਾਲ ਲਗਾਉਣੀਆਂ ਹੁੰਦੀਆਂ ਨੇ, ਆਨਲਾਈਨ ਕਾਲਸ ਕਰਨੀਆਂ ਹੁੰਦੀਆਂ ਨੇ। ਠੀਕ ਹੈ, ਤੇ ਉਹਦੇ ਵਿੱਚ ਸਾਨੂੰ ਇੰਨੀ ਪ੍ਰੋਬਲਮ ਆਉਂਦੀ ਹੈ, ਨੈਟਵਰਕ ਇਸ਼ੂ, ਸਾਰਾ ਦਿਨ ਸਾਡੀਆਂ ਟੈਲੀ ਕੰਸਲਟੇਸ਼ਨਸ ਚੱਲਦੀਆਂ ਨੇ। NCD ਦਾ ਕੰਮ ਆਨਲਾਈਨ ਕਰ ਰਹੇ ਹਾਂ, ਸਕਰੀਨਿੰਗ ਕਰ ਰਹੇ ਹਾਂ, ਉਹਨਾਂ ਦਾ ਫੋਲੋ ਅਪ ਕਰ ਰਹੇ ਹਾਂ, OPD ਕਰ ਰਹੇ ਹਾਂ, ਪਤਾ ਨਹੀਂ ਕਿਹੜੇ ਸਾਡੇ NCD ਕੈਂਪ ਲੱਗ ਰਹੇ ਆ ਔਰ 15 ਟਾਰਗੇਟਸ ਨੇ ਅਸੀਂ ਅਚੀਵ ਕਰ ਰਹੇ ਹਾਂ। ਤੇ ਐਕਸਟਰਾ ਬਹੁਤ ਜਿਹੜਾ ਸਾਡੇ ਜਿਹੜੇ CHOs ਨੇ ਮਾਨਸਿਕ ਜਿਹੜੇ ਤੌਰ ਤੇ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ। ਔਰ ਸਾਡਾ ਪਲੀਜ਼ ਮੇਰੀ ਦਰਖਾਸਤ ਹੈਗੀ ਆ, ਮੇਰੀ ਅਫਸਰ ਸਾਹਿਬਾਨਾਂ ਨੂੰ ਰਿਕੁਐਸਟ ਹੈਗੀ ਆ ਕਿ ਸਾਡੇ ਤੇ ਜਿਹੜਾ ਵਾਧੂ ਕੰਮ ਦਾ ਬੋਝ ਜਿਹੜਾ ਉਹ ਨਾ ਪਾਇਆ ਜਾਏ। ਹਜੇ ਉਹਨਾਂ ਨੇ ਸਾਡਾ ਮੰਗ ਪੱਤਰ ਨਹੀਂ ਲਿਆ, ਅਸੀਂ ਵੇਟ ਕਰ ਰਹੇ। ਇੱਕ ਵਾਰੀ ਅਸੀਂ ਅੰਦਰ ਜਾਏ ਆ, ਉਹਨਾਂ ਨੇ ਸਾਨੂੰ ਕਿਹਾ ਕਿ ਵੇਟ ਕਰੋ, ਅਸੀਂ ਜਿਹੜਾ ਕੰਮ ਹੈ ਉਹ ਤੁਹਾਡੇ ਤੋਂ ਹੀ ਕਰਵਾਉਣਾ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡਾ ਜਿਹੜਾ ਉਹ ਹੱਲ ਜ਼ਰੂਰ ਕਰਨ। ਦੂਜੇ ਪਾਸੇ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਨੇ ਕਿਹਾ ਕਿ ਇਹ ਸਭ ਦਾ ਸਾਂਝਾ ਕੰਮ ਹੈ, ਸਰਕਾਰ ਦੀਆਂ ਨੀਤੀਆਂ ਅਨੁਸਾਰ ਕੰਮ ਚੱਲ ਰਿਹਾ ਹੈ, ਕਿਸੇ ਮੁਲਾਜ਼ਮ ਨੂੰ ਤੰਗ ਨਹੀਂ ਕੀਤਾ ਜਾ ਰਿਹਾ, ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੰਗ ਹੈ ਕਿ ਜਿਹੜੀ ਇਸ ਵੇਲੇ ਨਾ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ABDM, ਉਹਦੇ ਵਿੱਚ ਹਰ ਪੇਸ਼ੈਂਟ ਦੀ ਆਭਾ ID ਬਣਨੀ ਹੈ ਤੇ CHOs ਥੋੜ੍ਹਾ ਜਿਹਾ ਡਿਨਾਈ ਕਰ ਰਹੀਆਂ ਨੇ ਕਿ ਸਾਨੂੰ ਅਸੀਂ ਇਹ ਕੰਮ ਨਹੀਂ ਕਰਨਾ, ਇਹ ANM ਦਾ ਕੰਮ ਹੈ, ਆਸ਼ਾ ਦਾ ਕੰਮ ਹੈ, ਉਹ ਕਰਨ, ਅਸੀਂ ਇਹ ਨਹੀਂ ਕਰਨਾ। ਇੱਕ ਸਾਡਾ ਪ੍ਰੋਗਰਾਮ ਥੋੜ੍ਹੇ ਦਿਨਾਂ ਤੱਕ ਹੋਰ ਲਾਂਚ ਹੋ ਰਿਹਾ, ਮਿਸ਼ਨ ਇੰਦਰਧਨੁਸ਼, ਜਿਹਦੇ 'ਚ ਅਸੀਂ ਜਿਹੜੇ ਡਰੋਪ ਆਊਟ ਚਿਲਡਰਨ ਨੇ 0 to 2 years 2 to 5 years ਜਾਂ ਪ੍ਰੈਗਨੈਂਟ ਮਦਰਸ ਨੇ, ਉਹਨਾਂ ਨੂੰ ਇੰਜੈਕਸ਼ਨ ਵਗੈਰਾ, ਵੈਕਸੀਨੇਸ਼ਨ ਵਗੈਰਾ ਲੱਗਣੀ ਹੈ। ਉਹਦੇ ਵਿੱਚ ਵੀ ਸਰਕਾਰ ਨੇ ਇਹ ਕਿਹਾ ਕਿ ਇਹ ਸਾਰਾ ਹੀ ਟੀਕਾ, ਜਿੰਨੇ ਵੀ ਟੀਕਾਕਰਨ ਹੋਏਗਾ ਸਾਰਾ UVIN ਪੋਰਟਲ 'ਤੇ ਆਨਲਾਈਨ ਕਰਨਾ ਹੈ। ਪਹਿਲਾਂ ANM ਵੀ ਨਹੀਂ ਸੀ ਮੰਨਦੀਆਂ ਕਰਨ ਲਈ, ਉਹ ਹੁਣ ਥੋੜ੍ਹਾ ਰਾਜੀ ਹੋ ਗਈਆਂ, ਟ੍ਰੇਨਿੰਗ ਲੈ ਰਹੀਆਂ ਨੇ। CHOs ਨੂੰ ਵੀ ਅਸੀਂ ਕਿਹਾ ਕਿ ਇਹ ਸਾਰਿਆਂ ਦਾ ਸਾਂਝਾ ਕੰਮ ਹੈ, ਇਕੱਠੇ ਰਲ ਮਿਲ ਕੇ ਕਰਨਾ ਹੈ, ਇਹਨੂੰ ਆਨਲਾਈਨ ਵੀ ਕਰਨਾ ਜ਼ਰੂਰੀ ਹੈ। ਆਭਾ ID ਵੀ ਹਰ ਪੇਸ਼ੈਂਟ ਦੀ ਬਣਨੀ ਹੈ, ਜਿਹਦੇ ਨਾਲ ਜਿਹੜਾ ਹਰ ਪੇਸ਼ੈਂਟ ਦਾ ਜਿਹੜਾ ਨੈਸ਼ਨਲ ਲੈਵਲ 'ਤੇ ਜਿਹੜਾ ਉਹਦਾ ਮੈਡੀਕਲ ਦਾ ਡਾਟਾ ਹੈ, ਹਰ ਪੋਰਟਲ ਨਾਲ ਜਿਹੜਾ ਉਹਦੇ IT ਦੇ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਅਟੈਚ ਹੋ ਜਾਏਗਾ। ਵਾਧੂ ਬੋਝ ਕੋਈ ਨਹੀਂ, ਜੋ ਵੀ ਸਰਕਾਰ ਦੀ ਕੋਈ ਸਕੀਮ ਆਉਂਦੀ ਹੈ, ਕੋਈ ਲੋਕਾਂ ਦੇ ਭਲੇ ਵਾਸਤੇ ਹੁੰਦੀ ਹੈ, ਵਾਧੂ ਬੋਝ ਨਹੀਂ ਇਹਨੂੰ ਅਸੀਂ ਕਹਿ ਸਕਦੇ। ਸਾਨੂੰ ਹਰ ਕੰਮ ਜਿਹੜਾ ਪੂਰਾ ਤਨਦੇਹੀ ਨਾਲ ਕਰਨਾ ਚਾਹੀਦਾ। ਜੋ ਵੀ ਆਫੀਸਰਸ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ
ਕਿਉਂਕਿ ਅੱਜ ਕੱਲ੍ਹ ਦਾ ਸਮਾਂ ਜਿਹੜਾ ਯੁੱਗ ਹੈ ਇਨਫੋਰਮੇਸ਼ਨ ਟੈਕਨੋਲੋਜੀ IT ਦਾ ਹੈਗਾ। ਹਰ ਚੀਜ਼ ਜਿਹੜੀ ਹੈ ਆਨਲਾਈਨ ਹੋਣੀ ਹੈ। ਹਰ ਪੇਸ਼ੈਂਟ ਦਾ ਰਿਕਾਰਡ ਜਿਹੜਾ ਆਨਲਾਈਨ ਤੁਹਾਨੂੰ ਹੋਏਗਾ। ਸਾਡੇ ਆਮ ਆਦਮੀ ਕਲੀਨਿਕ ਵੀ ਜਿਹੜੇ ਚੱਲ ਰਹੇ ਨੇ, ਹਰ ਬੰਦੇ ਦੇ ਕੋਲ, ਸਾਡੇ ਹਰ ਮੁਲਾਜ਼ਮ ਦੇ ਕੋਲ ਟੈਬ ਦਿੱਤਾ ਹੋਇਆ ਗਵਰਨਮੈਂਟ ਨੇ। ਹਰ ਪੇਸ਼ੈਂਟ ਦੀ ਜਿਹੜੀ ਉੱਥੇ ਸਾਰੀ ਇਨਫੋਰਮੇਸ਼ਨ, ਪ੍ਰਸਕ੍ਰਿਪਸ਼ਨ, ਦਵਾਈ ਸੇਵ ਹੁੰਦੀ ਹੈ। ਉਹ ਕਦੀ ਵੀ ਆ ਕੇ ਪੇਸ਼ੈਂਟ ਜਿਹੜਾ ਆਪਣੀ ਪਿਛਲੇ ਮਹੀਨੇ ਦੀ ਵੀ ਸਲਿੱਪ ਜਿਹੜੀ ਆ ਕਢਵਾ ਸਕਦਾ ਕਿ ਮੈਂ ਕਿਹੜੀ ਦਵਾਈ ਲਈ ਸੀ। ਦੇਖੋ, ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਸਰਕਾਰ ਦੀ ਇੱਦਾਂ ਦੀ ਕੋਈ ਮਨਸ਼ਾ ਨਹੀਂ ਹੈ। ਅਸੀਂ ਤਾਂ ਪਿਆਰ ਨਾਲ ਹੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਕੰਮ ਕਰਨਾ ਹੈ, ਕੰਮ ਕਰੋ, ਰਲ ਮਿਲ ਕੇ ਕਰੋ। ਸਾਡਾ ਫੀਲਡ ਸਟਾਫ ਹੈ ਸਾਰਾ, ANM ਹੈ, ਆਸ਼ਾ ਵਰਕਰ ਹੈ, LHV ਹੈ, CHOs ਨੇ ਫੀਲਡ ਦੇ ਵਿੱਚ, ਤੇ ਸਾਡੇ ਪੈਰੀਫਰਲ ਜਿੰਨੇ ਵੀ ਇੰਸਟੀਚਿਊਟ ਨੇ, ਹਰ ਜਗ੍ਹਾ ਇਹ ਟੀਕਾਕਰਨ ਜਿਹੜਾ ਉਹ ਚੱਲਣਾ। ਅੱਜ ਅਸੀਂ ਤਾਂ ਇਹਨਾਂ ਨੂੰ ਫਿਲਹਾਲ ਇਹੀ ਮਸ਼ਵਰਾ ਦੇ ਰਹੇ ਹਾਂ, ਇਹੀ ਸਲਾਹ ਦੇ ਰਹੇ ਹਾਂ ਕਿ ਰਲ ਮਿਲ ਕੇ ਸਾਰਾ ਫੀਲਡ ਸਟਾਫ ਜਿਹੜਾ ਇਹਨੂੰ ਅਸੀਂ ਸਿਰੇ ਚਾੜਨਾ। 100% ਆਨਲਾਈਨ ਯੂਵਨ ਤੇ ਅਸੀਂ ਟੀਕਾਕਰਨ ਜਿਹੜਾ ਉਹ ਚਾੜਨਾ। ਆਭਾ ID ਹਰ ਬੰਦੇ ਦੀ ਜਿਹੜੀ ਹੈ ਹੈਲਥ ਰਿਕਾਰਡ ਜਿਹਦਾ ਉੱਤੇ ਰਵੇ, ਹਰ ਬੰਦੇ ਦੀ ਆਭਾ ID ਬਣੇ। ਅਗਰ ਸਰ ਇਹ ਨਹੀਂ ਮੰਨਦੇ ਕੰਮ ਕਰਨ ਵਾਸਤੇ ਤਾਂ ਅਗਲਾ ਕੀ? ਨਹੀਂ ਮੰਨ ਜਾਣਗੇ, ਕੋਈ ਨਹੀਂ, ਇਹਨਾਂ ਨੂੰ ਪਿਆਰ ਨਾਲ ਅਸੀਂ ਮਨਾ ਲਾਂਗੇ। ਦੱਸਦੀ ਕਿ ਜ਼ਿਲ੍ਹੇ 'ਚ 220 ਦੇ ਕਰੀਬ ਕਮਿਊਨਿਟੀ ਹੈਲਥ ਅਫਸਰ ਕੰਮ ਕਰ ਰਹੇ ਨੇ, ਜਿਨ੍ਹਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ। ਸਿਵਲ ਸਰਜਨ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਯੂਵਿਨ ਐਪ ਦੀ ਸਿਖਲਾਈ ਸਿਵਲ ਸਰਜਨ ਦਫ਼ਤਰ ਦੇ ਕਮਰਾ ਨੰਬਰ 108 ਵਿੱਚ ਕਰਵਾਈ ਗਈ ਸੀ। ਇਸ ਵਿੱਚ ਸਾਰਿਆਂ ਨੂੰ ਹਾਜ਼ਰ ਰਹਿਣ ਦੀ ਹਦਾਇਤ ਕੀਤੀ ਗਈ ਸੀ। ਮੁਲਾਜ਼ਮਾਂ ਦੇ ਨਾ ਪੁੱਜਣ ਦਾ ਉੱਚ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ ਹੈ। ਜੀ ਹਾਂ, ਤੁਹਾਨੂੰ ਦੱਸਦੀ ਕਿ ਹੁਣ ਸਿਹਤ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵਾਧੂ ਕੰਮ ਨਾ ਕਰਨ ਦੇ ਉੱਤੇ ਉਹਨਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਵੀ ਧਮਕੀਆਂ ਮਿਲ ਰਹੀਆਂ ਨੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।